नेक्स्ट अपने को टॉपिक आना जेड़ा मेन ओदे च एक टॉपिक आएगा, ओदा नाम हैगा गॉस थ्योरम। बट गॉस थ्योरम नु शुरू करने वास्ते जिन्ने भी हुन अगले इस चैप्टर च टॉपिक मिलोगे ना, उन्होंने से कहते हैं गॉस थ्योरम एंड इट्स एप्लीकेशन। ठीक है, गॉस थ्योरम ते गॉस थ्योरम दी एप्लीकेशंस आ, बट वो सारी चीज नु शुरू करन तो पहले एक टॉपिक अपने को आएगा जिदी लोड अपन एज सच उस चैप्टर दे विच रहनी है, पूरा टॉपिक को समझन लगे पैनी है। और वो वर्ड होएगा फ्लक्स की हुंदी है, इलेक्ट्रिक फ्लक्स किनु कहते हैं, ठीक है, ते एरिया वेक्टर की चीज है। दो वर्ड ले रहे हैं, उन्हां च एक मेन वर्ड होएगा इलेक्ट्रिक फ्लक्स। इलेक्ट्रिक फ्लक्स साडे कोल कहंदे एज सच किस टर्म को कहने पे, ਤੇ ਬੜੇ ਇਸ ਟਰਮ ਦੇ ਵਿੱਚ ਹੀ ਇੱਕ ਟਰਮ ਆਪਾਂ ਨਾਲ ਲਿੰਕ ਕਰਾਂਗੇ, ਉਹਦਾ ਨਾਮ ਹੈ ਏਰੀਆ ਵੈਕਟਰ। ਇਲੈਕਟ੍ਰਿਕ ਫਲਕਸ ਕਿਹਨੂੰ ਕਹਾਂ? ਫਲਕਸ ਵਰਡ ਦਾ ਮਤਲਬ ਹੋਏਗਾ ਫਲੋ ਆਫ ਸਮਥਿੰਗ, ਠੀਕ ਹੈ, ਫਲੋ ਆਫ ਸਮਥਿੰਗ। ਤੇ ਜੇ ਅੱਗੇ ਇਲੈਕਟ੍ਰਿਕ ਵਰਡ ਲੱਗਿਆ ਤਾਂ ਉਹਦਾ ਮਤਲਬ ਹੈਗਾ ਫਲੋ ਆਫ ਇਲੈਕਟ੍ਰਿਕ ਲਾਈਨਸ, यानी किसी सरफेस के थ्रू किन्नियां इलैक्ट्रिक फील्ड लाइन पास कर दियां, ओदी अमाउंट नु मेजर करना होवे गिवन सरफेस दे अक्रॉस, ते जेडी टर्म ओदो रोल प्ले कर दिया ओनु सी नाम दिने इलैक्ट्रिक फ्लक्स। इनु समझाने वास्ते 10th तो एक एग्जांपल पिक करन लगे हां। 10th विच एक टॉपिक पढ़दे सी असी एसी जनरेटर, ठीक है। एक वर्ड ले रिया कि जे आ मैग्नेट दे दो पोल्स ने, एक मैग्नेट दा नॉर्थ पोल आ गया, एक मैग्नेट दा साउथ पोल आ गया, तो ਅਸੀਂ ਇਹ ਡਿਫਾਈਨ ਕਰਦੇ ਸੀਗੇ ਕਿ ਜੇ ਇਸ ਰੀਜਨ ਦੇ ਵਿੱਚ ਮੈਂ ਇੱਕ ਆਰਮੇਚਰ ਕॉइल ਨੂੰ ਰੱਖਿਆ ਹੋਵੇ, ਠੀਕ ਹੈ, ਜੇ ਇਸ ਦੇ ਅਕ੍ਰੋਸ ਮੈਂ ਇੱਕ ਆਰਮੇਚਰ ਕॉइल ਨੂੰ ਰੱਖਿਆ ਹੋਇਆ, ਤਾਂ ਅਸੀਂ ਕਹਿੰਦੇ ਕਿ ਜਦੋਂ ਇਹ ਆਰਮੇਚਰ ਕॉइल ਇਸ ਥਾਂ ਤੇ ਮੂਵ ਕਰੇਗੀ, ਠੀਕ ਹੈ ਜੀ, ਤੇ ਇਹਦੇ ਥਰੂ ਪਾਸ ਹੋਣ ਵਾਲੀਆਂ ਮੈਗਨੈਟਿਕ ਫੀਲਡ ਲਾਈਨ ਦੀ ਅਮਾਉਂਟ ਜਿਹੜੀ ਆ ਉਹ ਚੇਂਜ ਹੋਏਗੀ बेटा। ਜਦੋਂ ਐਸਐਚ ਕॉइल ਦੇ ਥਰੂ ਲੈ ਕੇ ਚੱਲਾਂ ਤੇ ਇਸ ਵੇਲੇ ਇਸ ਦੇ ਥਰੂ ਇਸ ਵੇ ਨਾਲ ਮੈਗਨੈਟਿਕ ਫੀਲਡ ਲਾਈਨਸ ਜਿਹੜੀਆਂ ਉਹ ਪਾਸ ਕਰਦੀਆਂ ਪਈਆਂ। क्या इतनी गल समझ लग रही भी? यस सर। यस सर। यस सर। है ना, इस वेले ये मैग्नेटिक फील्ड लाइन ਇਹਦੇ ਥਰੂ ਪਾਸ ਕਰਦੀਆਂ ਪਈਆਂ, ਤੇ ਇਹਨੂੰ ਅਸੀਂ ਮੇਜਰ ਕਰਨਾ ਹੋਵੇ ਹਾਊ ਮੈਨੀ ਨੰਬਰ ਆਫ ਮੈਗਨੈਟਿਕ ਫੀਲਡ ਲਾਈਨ will passes through a given surface when surface is placed in the influence of magnetic field। ਤੇ ਅਸੀਂ ਕਹਿੰਦੇ ਕਿ ਉਹ ਅਸੀਂ ਫਲਕਸ ਨਾਲ ਮੇਜਰ ਕਰਦੇ ਹਾਂ, ठीक है। उस टर्म ਨੂੰ ਨਾਮ ਦੇਣਾ ਹੋਵੇ ਤੇ ਅਸੀਂ ਉਹਨੂੰ ਨਾਮ ਦੇਣਾ ਕਿ ਇਹ ਮੇਰੀ ਮੈਗਨੈਟਿਕ ਫਲਕਸ ਹੋਏਗੀ। क्या इतनी गल समझ लग रही? यस सर। यस यस सर। यस सर। और जे एदी जगह पे बेटा आप सिर्फ इतना चेंज कर दिए कि भी आ मान लो मेरे को इस थां पे मेटल प्लेट आ और ये मेरी पॉजिटिव चार्ज प्लेट आ गई और इस साइड पे मेरी एक नेगेटिवली चार्ज प्लेट आ गई। ਹੁਣ ਜਿੱਥੇ ਵਰਡ ਅਸੀਂ ਬੋਲਦੇ ਪਏ ਸੀਗੇ ਕਿ ਵੀ ਇੱਥੇ ਮੈਗਨੈਟਿਕ ਫੀਲਡ ਲਾਈਨ ਆ, ਹੁਣ ਇਸ ਪੂਰੇ ਰੀਜਨ ਦੇ ਵਿੱਚ ਇਲੈਕਟ੍ਰਿਕ ਫੀਲਡ ਲਾਈਨਸ ਆ ਗਈਆਂ। यस सर। ਹੁਣ ਉਹੀ ਗਿਵਨ ਸਰਫੇਸ ਜਿਹੜੀ ਆ ਹੈ ਨਾ, ਨਾਓ ਦਿਸ ਸਰਫੇਸ ਇਜ਼ ਪਲੇਸਡ ਇਨ ਦਾ ਇਨਫਲੂਐਂਸ ਆਫ ਇਲੈਕਟ੍ਰਿਕ ਫੀਲਡ ਲਾਈਨ। ਤੇ ਜਦੋਂ ਇਹ ਸਰਫੇਸ ਇਲੈਕਟ੍ਰਿਕ ਫੀਲਡ ਲਾਈਨ 'ਚ ਪਈ ਆ, ਕਿੰਨੀਆਂ ਇਲੈਕਟ੍ਰਿਕ ਫੀਲਡ ਲਾਈਨਸ ਜਿਹੜੀਆਂ ਨੇ ਉਹ ਗਿਵਨ ਸਰਫੇਸ ਦੇ ਥਰੂ ਪੈਨੀਟ੍ਰੇਟ ਕਰਕੇ ਨਿਕਲਦੀਆਂ, ਉਹਦੀ ਅਮਾਉਂਟ ਨੂੰ ਮੇਜਰ ਕਰਨਾ ਹੋਵੇ ਤੇ ਵੀ ਯੂਜ਼ ਦਾ ਵਰਡ ਇਲੈਕਟ੍ਰਿਕ ਫਲਕਸ। ਮੈਂ ਕੋਲ ਕਹਿੰਦਾ ਜੀ ਵਰਡ ਯੂਜ਼ ਹੋ ਜਾਏਗਾ। ਔਰ ਇਲੈਕਟ੍ਰਿਕ ਫਲਕਸ ਕਿਹੜੀ ਕਿਹੜੀ ਚੀਜ਼ ਤੇ ਡਿਪੈਂਡ ਕਰਦੀ ਆ, ਔਰ ਇਹਨੂੰ ਆਪਾਂ ਲਿਖਦੇ ਮੈਥਮੈਟਿਕਲੀ ਕਿਦਾਂ ਵਾ, ਇਲੈਕਟ੍ਰਿਕ ਫਲਕਸ ਨੂੰ ਅਸੀਂ ਡਿਫਾਈਨ ਕਰਦੇ ਫਾਈ ਦੇ ਨਾਲ, ਠੀਕ ਹੈ। ਫਾਈ ਸਿੰਬਲ ਇਲੈਕਟ੍ਰਿਕ ਫਲਕਸ ਹੋਏਗਾ ਐਂਡ ਇਟ ਇਜ਼ ਇਕੁਅਲ ਟੂ E ਵੈਕਟਰ इलेक्ट्रिक फील्ड वेक्टर एंड एरिया वेक्टर। एक नवा वर्ड आ रहा है थोड़ा लिंक, एरिया वेक्टर, इलेक्ट्रिक फील्ड वेक्टर एंड एरिया वेक्टर। और जे डॉट प्रोडक्ट खोल दवा ते ये टर्म बन गया E A cos थीटा। हुन पहला वर्ड ਇਹਦੇ ਵਿੱਚ ਇਹ ਲਵਾਂਗੇ एरिया वेक्टर की हुंदा,
और दूजा वर्ड लवांगे कि ਅਸੀਂ डॉट प्रोडक्ट ही क्यों लिती, ਅਸੀਂ क्रॉस क्यों नहीं लिती। ठीक है, ਤੇ ਉਹਦੇ ਚ ਪਹਿਲਾ वर्ड एरिया वेक्टर। एरिया वेक्टर ਕਿਹਨੂੰ ਕਵਾਂਗੇ, ਕਹਿੰਦਾ जी कोई भी गिवन सरफेस ਜਿਹਦੇ अक्रॉस इलैक्ट्रिक फ्लक्स मेजर करनी आ, उस गिवन सरफेस ਨੂੰ ਅਸੀਂ एरिया जिन्ना भी ਉਹ ਹੋਏਗਾ ਉਹਨੂੰ ਇੱਕ ਵੈਕਟਰ ਟ੍ਰੀਟ ਕਰਾਂਗੇ। ਤੇ ਏਰੀਆ ਵੈਕਟਰ ਜੇ ਮੇਰੇ ਕੋਲ ਇੱਕ ਵੈਕਟਰ ਕੁਆਂਟੀਟੀ ਆ ਤੇ ਉਹਦੇ ਦੋ ਪਾਰਟ ਆ, ਇੱਕ ਉਹਦਾ ਮੈਗਨੀਟਿਊਡ ਹੋਏਗਾ ਔਰ ਇੱਕ ਉਹਦੀ ਡਾਇਰੈਕਸ਼ਨ ਹੋਏਗੀ। ਏਰੀਆ ਵੈਕਟਰ ਹਮੇਸ਼ਾ ਜਦੋਂ ਵੀ ਰਿਪਰੈਜ਼ੈਂਟ ਕੀਤਾ ਜਾਏਗਾ a ਵੈਕਟਰ ਲਿਖ ਦਵਾਂ ਜਾਂ ਇਹਨੂੰ dA ਵੈਕਟਰ ਲਿਖ ਦਵਾਂ, ਮਤਲਬ ਸਮਾਲ ਏਰੀਆ ਆ ਗਿਆ, ਜਾਂ ਇਹਦੀ ਥਾਂ ਦੇ ਉੱਤੇ ਅਸੀਂ ds ਵੈਕਟਰ ਲਿਖ ਦਈਏ। ਇਹ ਏਰੀਆ ਵੈਕਟਰ ਦੇ ਸਿੰਬਲ ਨੇ। ठीक है, एरिया वेक्टर की वैल्यू ਜਿਹੜੀ ਆ ਇਹ ਚ ਦੋ ਪਾਰਟ ਆ, ਇੱਕ ਅਸੀਂ ਕਹਾਂਗੇ ਜੀ ds ਇਹਦਾ ਏਰੀਆ ਹੋਏਗਾ ਤੇ n ਕੈਪ ਇਹਦੀ ਡਾਇਰੈਕਸ਼ਨ ਹੋਏਗੀ। यूनिट वेक्टर नाल ला रहे हैं ਜਿਹਦਾ मतलब ਇਹ ਹੋਏਗਾ ਕਿ ਇਸ ਵੈਕਟਰ ਦੇ ਦੋ ਪਾਰਟ ਆ, ਇੱਕ ਇਹਦਾ ਮੈਗਨੀਟਿਊਡ ਔਰ ਇੱਕ ਇਹਦੀ ਡਾਇਰੈਕਸ਼ਨ। मैग्नीट्यूड ds मान लिया और एरिया वेक्टर की डायरेक्शन सेम वही जो इस यूनिट वेक्टर की, या उल्ट बोल दो यूनिट वेक्टर की डायरेक्शन सेम एरिया वेक्टर वाली। और एरिया वेक्टर हमेशा गिवन सरफेस से हमेशा परपेंडिकुलर होएगा। आ मेरे को जे ऐसा जो गिवन सरफेस आ और ਇਹਦੇ में थल्ले मान लवा पॉजिटिव प्लेट पई ऊपर नेगेटिव, इलैक्ट्रिक फील्ड लाइना इस सरफेस दे इस वे नाल क्रॉस करदियां पईयां, ये इलैक्ट्रिक फील्ड दी डायरेक्शन आ। जेडी गिवन सरफेस होएगी इस सरफेस ते एक परपेंडिकुलर ड्रॉ करांगा, इस सरफेस ते एक परपेंडिकुलर ड्रॉ करांगा और जेड़ा परपेंडिकुलर दी डायरेक्शन होएगी गिवन सरफेस दे उत्ते ये मेरा एरिया वेक्टर होएगा। यानी गिवन एरिया वेक्टर दी डायरेक्शन अपने को गिवन एरिया दे हमेशा नॉर्मल डायरेक्शन जाएगी, मीन परपेंडिकुलर डायरेक्शन होएगी और ओदे ऊपर हमेशा आउटवर्ड डायरेक्शन होएगी। ठीक है, यानी जे आ सरफेस आ ते एदा एरिया वेक्टर ए आउटवर्ड एदे परपेंडिकुलर डायरेक्शन होएगा। जे आ सरफेस आ ते एदा एरिया वेक्टर इस बिना थल्ले नु कहंदा जी एदे परपेंडिकुलर होएगा। मतलब गिवन सरफेस तो एरिया वेक्टर हमेशा आउटवर्ड ते परपेंडिकुलर होएगा। क्या पहलो एरिया वेक्टर वर्ड समझ लग गया? यस सर। यस सर। उस तो यस सर। ਇਹਦਾ ਮਤਲਬ ਏਰੀਆ ਵੈਕਟਰ ਦੇ ਦੋ ਪਾਰਟ ਆ ਗਏ, ਇੱਕ ਉਹਦਾ ਮੈਗਨੀਟਿਊਡ ਔਰ ਇੱਕ ਉਹਦੀ ਡਾਇਰੈਕਸ਼ਨ। ਹੁਣ ਅਗਲਾ ਵਰਡ ਅਸੀਂ cos ਹੀ ਕਿਉਂ ਇਨਵੋਲਵ ਕੀਤਾ, ਡਾਟ ਕਿਉਂ ਇਨਵੋਲਵ ਕੀਤੀ, ਸਾਈਨ ਕਿਉਂ ਨਹੀਂ, ਕ੍ਰਾਸ ਕਿਉਂ ਨਹੀਂ? ਤੇ ਬੇਟਾ ਉਹਦਾ ਕਾਰਨ ਇਹ ਹੋਏਗਾ ਜੇ ਮੈਂ ਆਪਣੇ ਹੱਥਾਂ ਨੂੰ ਮੰਨਾਂ कि आ मेरे दो हाथ में दो मेटल दी प्लेट्स हो गई, आ लेफ्ट हैंड मेरा पॉजिटिव प्लेट, आ राइट हैंड मेरा नेगेटिव प्लेट। इस वेले ਇਹਦੇ ਵਿੱਚ इलैक्ट्रिक फील्ड लाइन ਜਿਹੜੀਆਂ ਨੇ ਉਹ पॉजिटिव प्लेट ਤੋਂ नेगेटिव ਵੱਲ ਜਾ ਰਹੀਆਂ ਤੇ ਜੇ ਮੈਂ ਇਹਦੇ ਰਸਤੇ ਦੇ ਵਿੱਚ ਇੱਕ ਸ਼ੀਟ ਰੱਖ ਦਵਾਂ, ਜੇ ਮੈਂ ਆ 네ਗੇਟਿਵ ਹੈਂਡ ਜਿਹੜਾ ਵਾ, ਠੀਕ ਹੈ, 네ਗੇਟਿਵ ਪਲੇਟ ਜਿਹੜੀ ਨੂੰ ਇੱਥੇ ਸਪੋਜ਼ ਕਰ ਲਓ ਪਈ ਆ ਮੇਰਾ ਹੱਥ ਜਿਹੜਾ ਇੱਕ ਸਰਫੇਸ ਆ ਗਈ ਔਰ ਇਹ ਸਰਫੇਸ ਮੈਂ ਇਲੈਕਟ੍ਰਿਕ ਫੀਲਡ ਦੇ ਵਿੱਚ ਰੱਖੀ ਆ ਤੇ ਇਸ ਵੇਲੇ ਆ ਪੋਜ਼ਿਟਿਵ ਪਲੇਟ ਤੋਂ ਨਿਕਲਣ ਵਾਲੀਆਂ ਲਾਈਨ ਜਿਹੜੀਆਂ ਨੇ ਇਸ ਸਰਫੇਸ ਦੇ ਵਿੱਚ ਦੀ ਮੈਕਸਿਮਮ ਨਿਕਲਣਗੀਆਂ, ਯਾਨੀ ਮੈਕਸਿਮਮ ਲਾਈਨਾਂ ਇਸ ਸਰਫੇਸ ਨੂੰ ਕ੍ਰਾਸ ਕਰਨਗੀਆਂ ਔਰ ਇਸ ਵੇਲੇ ਜਿਹੜੀ ਸਰਫੇਸ ਹੈਗੀ ਆ ਇਹ ਇਸ ਇਲੈਕਟ੍ਰਿਕ ਫੀਲਡ ਦੇ ਪਰਪੈਂਡੀਕੂਲਰ ਡਾਇਰੈਕਸ਼ਨ 'ਚ ਪਈ ਹੈ। ਗਿਵਨ ਸਰਫੇਸ ਇਲੈਕਟ੍ਰਿਕ ਫੀਲਡ ਦੇ ਪਰਪੈਂਡੀਕੂਲਰ ਡਾਇਰੈਕਸ਼ਨ 'ਚ ਪਈ ਆ ਤੇ ਇਸ ਮੂਵਮੈਂਟ ਦੇ ਮੈਕਸਿਮਮ ਲਾਈਨ ਇਹਨੂੰ ਕ੍ਰਾਸ ਕਰਦੀਆਂ ਪਈਆਂ। ਜੇ ਮੈਂ ਇਸ ਵੇਲੇ ਆ ਸਰਫੇਸ ਨੂੰ ਰੋਟੇਟ ਕਰਨਾ ਸ਼ੁਰੂ ਕਰਾਂ ਤੇ ਜਦੋਂ ਆ ਸਰਫੇਸ ਅਲੋਂਗ ਦਾ ਲਾਈਨ ਆ ਗਈ, ਹੁਣ ਲਾਈਨਾਂ ਜਿਹੜੀਆਂ ਨੇ ਇਲੈਕਟ੍ਰਿਕ ਲਾਈਨ ਉਸ ਸਰਫੇਸ ਦੇ ਅਬਵ ਸਰਫੇਸ ਦੇ ਬਿਲੋ ਦੀ ਨਿਕਲਦੀਆਂ ਪਈਆਂ ਪਰ ਲਾਈਨਾਂ ਸਰਫੇਸ ਦੇ ਥਰੂ ਨਹੀਂ ਜਾਂਦੀਆਂ ਪਈ। ਠੀਕ ਹੈ, ਇਹਦਾ ਮਤਲਬ ਇਹ ਹੋ ਗਿਆ ਜਦੋਂ ਇਲੈਕਟ੍ਰਿਕ ਫੀਲਡ ਲਾਈਨ ਜਿਹੜੀਆਂ ਨੇ, ਜਦੋਂ ਇਲੈਕਟ੍ਰਿਕ ਫੀਲਡ ਲਾਈਨ ਜਿਹੜੀਆਂ ਨੇ ਜਿਹੜੀਆਂ ਇੱਥੇ ਹੈਗੀਆਂ, ਜਦੋਂ ਇਹ ਗਿਵਨ ਸਰਫੇਸ ਦੇ ਪਰਪੈਂਡੀਕੂਲਰ ਆ ਤੇ ਫਲਕਸ ਮੈਕਸਿਮਮ ਆ, ਜਦੋਂ ਇਹ ਲਾਈਨਾਂ ਐਸਐਚ ਸਰਫੇਸ ਦੇ ਅਲੋਂਗ ਆ ਗਈਆਂ, ਠੀਕ ਹੈ ਜੀ, ਇਸ ਵੇ ਨਾਲ ਉਦੋਂ ਇਹਦੇ ਵਿੱਚ ਫਲੋ ਕਰਨ ਵਾਲੀ ਲਾਈਨਾਂ ਦੀ ਅਮਾਉਂਟ ਜ਼ੀਰੋ ਹੋ ਜਾਂਦੀ ਹੈ, ਯਾਨੀ ਫਲਕਸ ਜ਼ੀਰੋ ਹੋ ਜਾਂਦੀ ਹੈ। ਠੀਕ ਹੈ, ਹੁਣ ਅਗਲਾ ਵਰਡ ਸਮਝਿਓ, ਆਪਾਂ ਜਦੋਂ ਵੀ ਐਸਐਚ ਐਂਗਲ ਲੈਣਾ ਵਾ, ਆ ਜਿਹੜਾ ਥੀਟਾ ਐਂਗਲ ਲਿਖ ਰਹੇ ਆ, ਥੀਟਾ ਇਜ਼ ਦਾ ਐਂਗਲ ਬਿਟਵੀਨ इलेक्ट्रिक फील्ड वेक्टर
एंड एरिया वेक्टर। तो एक वर्ड फिर दोबारा कहूंगा, इन्हों दिमाग च रखियो, न्यूमेरिकल थ्योरी बहुत हां ते लोड़ पैगी। थीटा इज द एंगल बिटवीन इलेक्ट्रिक फील्ड वेक्टर एंड एरिया वेक्टर। ये दो वेक्टर दे विच एंगल आ, ठीक है, वेक्टर ते स्केलर दे विच एंगल नहीं है। ਉਹਦਾ मतलब ये होएगा कि जे मैं आही चीज लेके चला कि भी आ दो हाथ दो मेरे को मेटल दी प्लेट्स ने, ठीक है, आ पेन मेरे को जेड़ा ये इलेक्ट्रिक फील्ड लाइंस आ, इस वेले इलेक्ट्रिक फील्ड लाइनां पॉजिटिव तो नेगेटिव जा रही सी, जदों मैं विच गप्पे अपने हाथ नूं यानी इस शीट नूं रख लिया, इस सरफेस नूं रख लिया, हुण लाइनां इहदे थ्रू होके जा रही ते जेड़ा एंगल बनना वा वो दो चीजां च बनना, आ इलेक्ट्रिक फील्ड लाइन, आ इलेक्ट्रिक फील्ड लाइन जिहड़ी पेन दे नाल शो हो रही ते एरिया वेक्टर, आ जिहड़ा मेरा हाथ वा ये गिवन एरिया वा ते एरिया वेक्टर इहदे परपेंडिकुलर आ, ते जे एरिया वेक्टर गिवन सरफेस दे परपेंडिकुलर आ ते इस वेले एरिया वेक्टर ते इलेक्ट्रिक फील्ड वेक्टर दोनों एक दूजे दे पैरेलल आ, ते जदों ये दो पैरेलल आ ते थीटा 0 डिग्री आ, थीटा 0 डिग्री आ ते फ्लक्स दी वैल्यू मैक्सिमम आ, ठीक है, थीटा 0 डिग्री बिटवीन द टू और फ्लक्स दी वैल्यू मैक्सिमम आ, केड़ा वो एंगल आ जिदी वैल्यू जेड़ा अपने आप च एंगल 0 डिग्री होवे ते वैल्यू मैक्सिमम आंदी होवे, cos cos 0, cos है ना। ਇਹਦਾ मतलब ये हो गया कि cos थीटा वो एंगल होएगा जेड़ा कि भी एंगल 0 होवे ते वैल्यू दी मैक्सिमम दिंदा होवे। हुण दूजे पासे चलो, जे मैं ये मन्ना आ पेन मैं जेड़ा ऊपर चुकिया ये इलेक्ट्रिक फील्ड लाइन दी डायरेक्शन आ, ते जे मैं अपने हैंड नू रोटेट करना शुरू करा ते इस हैंड दे रोटेट करना आ इलेक्ट्रिक लाइन ते आ जिहड़ी गिवन एरिया वेक्टर आ, इन्हां दोनां दे विच एंगल दी अमाउंट चेंज होंदी जाएगी, और जदों ये सरफेस जिहड़ी आ इलेक्ट्रिक फील्ड लाइन दे आपां अलोंग रख लई ते इस वे इन्हां च बनन वाला एंगल जिहड़ा वा वो 90 डिग्री हो जू। yes sir ਇਹਦਾ मतलब ਜਦੋਂ एंगल 90 बन रहा उदों फ्लक्स मिनिमम आ रही है ते cos 90 वो प्रॉपर्टी दिंदा कि एंगल दी वैल्यू 90 बट वैल्यू ओदी 0। ਇਹਦਾ मतलब ये हो गया कि फ्लक्स दी अमाउंट ਨੂੰ ਜਦੋਂ ਮੇਜਰ ਕਰਾਂਗਾ मैं इलेक्ट्रिक फील्ड दी स्ट्रेंथ कितनी उत्ते डिपेंड करांगा, गिवन सरफेस दा एरिया कितना उत्ते डिपेंड करांगा, बट ਇਹਦੇ ਨਾਲ ਅਸੀਂ ਇੱਕ ਹੋਰ ਚੀਜ਼ ਤੇ ਡਿਪੈਂਡ ਕਰਾਂਗੇ, ਹਾਊ ਦਾ ਸਰਫੇਸ ਇਜ਼ ਪਲੇਸਡ ਇਨ ਇਲੈਕਟ੍ਰਿਕ ਫੀਲਡ। ਸਰਫੇਸ ਤੁਸੀਂ ਜਿਹੜੀ ਇਲੈਕਟ੍ਰਿਕ ਫੀਲਡ ਦੇ ਪਰਪੈਂਡੀਕੂਲਰ ਰੱਖੀ ਕਿ ਸਰਫੇਸ ਤੁਸੀਂ ਇਲੈਕਟ੍ਰਿਕ ਫੀਲਡ ਦੇ ਅਲੋਂਗ ਰੱਖੀ, ਉਹਦੇ ਅਕੋਰਡਿੰਗਲੀ ਐਂਗਲ ਜਿਹੜਾ ਉਹ ਚੇਂਜ ਹੋਏਗਾ। ਜਦੋਂ ਇਲੈਕਟ੍ਰਿਕ ਫੀਲਡ ਲਾਈਨ, ਗੱਲ ਸਮਝਿਓ ਤਾਂ ਜੋ ਬੋਲਣ ਲੱਗਿਆ, ਜਦੋਂ ਇਲੈਕਟ੍ਰਿਕ ਫੀਲਡ ਲਾਈਨਾਂ ਸਰਫੇਸ ਦੇ ਪਰਪੈਂਡੀਕੂਲਰ ਆ, इलेक्ट्रिक फील्ड लाइनां सरफेस दे परपेंडिकुलर आ, ये वर्ड परपेंडिकुलर यूज होया पर इस वेले एंगल थीटा दी वैल्यू 0 है। मतलब जे ਅਸੀਂ ਇਹ वर्ड बोलिए कि if surface is held perpendicular to electric field then theta should be 0, and if a surface is held along the electric field ਤੇ ਉਦੋਂ थीटा ਦੀ वैल्यू 90। क्या ये दो केस समझ आए? yes sir yes sir क्लियर है? yes sir, So दो yes केस sir है, एक थीटा इक्वल टू 0 डिग्री, ठीक है, तो ਇਹਦਾ मतलब आ कि सरफेस इज हेल्ड परपेंडिकुलर टू इलेक्ट्रिक फील्ड, ठीक है, कैन नु परपेंडिकुलर वर्ड है बट एंगल ओदो 0 है, ठीक है जी। इस केस के अंदर ਜਿਹੜੀ फ्लक्स होएगी वो e a cos 0 डिग्री, cos 0 ਦੀ ਵੈਲਿਊ ਮੈਕਸਿਮਮ ਹੁੰਦੀ, यानी एस के फ्लक्स की अमाउंट मैक्सिमम होएगी और मैक्सिमम फ्लक्स की वैल्यू E * A ਦੇ बराबर आ जाएगी। जिन्ना इलेक्ट्रिक फील्ड गिवन है तो जिन्ना गिवन एरिया ओदी प्रोडक्ट थोड़ी मैक्सिमम फ्लक्स दसेगी। गल समझ आई? yes sir yes sir, केस हैगा एक थीटा इक्वल टू 90, ਉਹਨੂੰ ਲਿਖ ਦਿੰਦੇ surface is along electric field line। ਹੁਣ
along ਦਾ ਮਤਲਬ ਐਸੇ ਨੇ ਜੇ ਲਵਾ ਤੇ ਪੈਰਲਲ ਦੀ ਗੱਲ ਆ ਰਹੀ ਹੈ ਪੈਰਲਲ ਮਤਲਬ 0 ਡਿਗਰੀ ਐਂਗਲ ਹੋਣਾ ਚਾਹੀਦਾ ਪਰ ਇਸ ਮੂਵਮੈਂਟ ਤੇ ਐਂਗਲ ਜਿਹੜਾ ਉਹ 90 ਡਿਗਰੀ ਹੈ देयरफॉर इस केस के अंदर ਜਿਹੜੀ ਫਲਕਸ ਹੋਏਗੀ ਉਹ EA cos 90 ਆ ਗਈ ਤੇ cos 90 ਕਰਕੇ ਫਲਕਸ ਦੀ ਵੈਲਿਊ 0 ਯਾਨੀ ਮਿनिमम ਫਲਕਸ ਹੋਏਗੀ ਜੇ ਫਲਕਸ ਦਾ ਕਨਸੈਪਟ ਸਮਝ ਆਇਆ ਇਹਨਾਂ ਤੇ ਮੈਨੂੰ ਦੱਸੋਗੇ ਜੀ Yes, sir. Yes, sir. Clear है Yes, sir. sir. ਉਸ ਤੋਂ ਬਾਅਦ ਗੱਲ ਕੰਟੀਨਿਊ ਕਰਾਂ ਤੇ ਯੂਨਿਟ ਆਫ ਫਲਕਸ ਆ ਜਾਏਗਾ ਫਲਕਸ ਨੂੰ ਅਸੀਂ ਜਿਹੜਾ ਮੇਜਰ ਕਰਦੇ ਬੇਟਾ ਫਲਕਸ ਦਾ ਯੂਨਿਟ ਜੇ ਲੈ ਕੇ ਚੱਲੀਏ ਤੇ ਪੁੱਤ ਫਲਕਸ ਇਸੇ ਥਾਂ ਤੋਂ ਆਪਣਾ ਯੂਨਿਟ ਡਿਫਾਈਨ ਕਰ ਦਿੰਦਾ ਫਲਕਸ ਨੂੰ ਇੱਕ ਇਲੈਕਟ੍ਰਿਕ ਫੀਲਡ ਇਨਟੂ ਏਰੀਆ ਮਤਲਬ ਫਲਕਸ ਦਾ ਯੂਨਿਟ ਜਿਹੜਾ ਹੋਏਗਾ ਇਲੈਕਟ੍ਰਿਕ ਫੀਲਡ ਅਸੀਂ ਐਸ ਸੱਚ ਇਹਦੇ ਦੋ ਯੂਨਿਟ ਦੱਸੇ ਹੋਏ ਤੁਹਾਨੂੰ ਇੱਕ ਨਿਊਟਨ ਪਰ ਕੂਲਮ ਇੱਕ ਵੋਲਟ ਪਰ ਮੀਟਰ ਦੋਨਾਂ ਚੋਂ ਜਿਹੜਾ ਮਰਜ਼ੀ ਲੈ ਲਓ ਜੇ ਨਿਊਟਨ ਪਰ ਕੂਲਮ ਲਵਾਂ into area का यूनिट मीटर स्क्वायर ते फ्लक्स का यूनिट न्यूटन मीटर स्क्वायर पर कूलम आ जाएगा ठीक है और डायमेंशनल फार्मूला लिखना वो भी ऐसे था तो बना सकते हो न्यूटन फोर्स वास्ते है डायमेंशनल फार्मूला mLT-2 कूलम चार्ज वास्ते आ गया चार्ज नु करंट दी फॉर्म च AT लिखीदा यानी A-1 T-1 और मीटर स्क्वायर में को लेंथ ਦਾ स्क्वायर आ यानी l स्क्वायर आ गया ਇਹਨੂੰ ਕੰਬਾਈਨ ਕਰ ਲਓ ਤਾਂ ਤੁਹਾਡੇ ਕੋਲ ਇਹਦਾ ਯੂਨਿਟ ਬਣ ਗਿਆ ml³ t-3 ਤੇ a-1 ਇਹ ਡਾਇਮੈਂਸ਼ਨਲ ਫਾਰਮੂਲਾ ਆ ਜਾਏਗਾ क्या इना क्लियर Yes, sir. Yes, sir. लास्ट वर्ड फ्लक्स एज सच जे cos थीटा ਦੇ ਨਾਲ ਰਿਲੇਟ ਹੁੰਦੀ ਪਈ ਔਰ ਇਲੈਕਟ੍ਰਿਕ ਫੀਲਡ ਤੇ ਏਰੀਆ ਦੋਨੋਂ ਵੈਕਟਰ ਕੁਆਂਟੀਟੀ ਨੇ ਤੇ ਫਲਕਸ ਜਿਹੜਾ ਵਾ ਉਹ ਡਾਟ ਪ੍ਰੋਡਕਟ ਤੋਂ ਬਣੀ ਹੈ ਬੇਟਾ ਤੇ ਦੋ ਵੈਕਟਰ ਦੀ ਡਾਟ ਪ੍ਰੋਡਕਟ ਜਿਹੜੀ ਆ ਇਟ ਆਲਵੇਸ ਟੇਕਨ ਟੂ ਬੀ ਅ ਸਕੇਲਰ ਕੁਆਂਟੀਟੀ ਇਸ ਲਈ ਫਲਕਸ ਜਿਹੜੀ ਆ ਉਹ ਵੈਕਟਰ ਕੁਆਂਟੀਟੀ ਨਹੀਂ ਹੋਏਗੀ ਫਲਕਸ ਮੇਰੀ ਸਕੇਲਰ ਕੁਆਂਟੀਟੀ ਟ੍ਰੀਟ ਹੋਏਗੀ क्या इतनी गल समझ लग गई Yes, sir. Yes, sir. एक मिनट ਲਈ ਪੌਜ਼ ਦੇ ਰਿਹਾ